थोड़े दिन पहला पटियाले ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰਦੀ ਹੈ। ਇਤਿਹਾਸਿਕ ਗੁਰੂ ਘਰ ਦੇ ਵਿੱਚ ਇੱਕ ਬੀਬੀ ਵੱਲੋਂ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ। ਉਹਦੀ ਅਸਲ ਸੱਚਾਈ ਕੀ ਹੈ? उस समय मैनेजर गुरु घर ਦੇ ਵਿੱਚ नहीं सी, वो अपने क्वार्टर ਦੇ ਵਿੱਚ ਸਨ। ਉਹਨਾਂ ਨੂੰ ਫੋਨ ਕਰਕੇ ਸੱਦਿਆ ਜਾਂਦਾ ਜੀ। ਜਿਸ ਵੇਲੇ ਸਰੋਵਰ ਦੇ ਕੰਢੇ ਦੇ ਉੱਪਰ ਉਹ ਬੀਬੀ ਆਪਣੇ ਕੋਲੋਂ ਅਧੀਆ ਕੱਢਦੀ ਹੈ, ਜਿਹੜਾ ਅੱਧਾ ਕੁ ਖਤਮ ਹੋਇਆ ਤੇ ਅੱਧਾ ਕੁ ਪਿਆ ਹੋਇਆ। ਇਹਦਾ ਮਤਲਬ ਕਿ ਅਧੀਆ ਉਹਨੇ ਪਹਿਲਾਂ ਬਾਹਰ ਪੀਤਾ ਹੋਵੇਗਾ, ਉਹ ਸ਼ਰਾਬ ਪੀ ਕੇ ਅੰਦਰ ਆਈ ਹੈ ਤੇ ਨਸ਼ੇ ਦੇ ਵਿੱਚ ਸਰੋਵਰ ਦੇ ਕੰਢੇ ਤੇ ਬੈਠ ਕੇ ਦੁਬਾਰਾ ਪੀਣ ਲੱਗੀ ਸੀ। ਕਿ ਸੇਵਾਦਾਰਾਂ ਨੂੰ ਇਸ ਗੱਲ ਦੀ ਕੋਈ ਸੂਹ ਨਹੀਂ ਲੱਗੀ ਕਿ ਇਸ ਬੀਬੀ ਨੇ ਸ਼ਰਾਬ ਪੀਤੀ ਹੈ? ਸਵਾਲ ਹੈ ਬਹੁਤ ਵੱਡਾ। ਬਿਲਕੁਲ ਬਿਲਕੁਲ। ਇੱਕ ਸਵਾਲ ਆ ਜਾਏਗਾ ਜੀ, ਅਸੀਂ ਕਿਸੇ ਦੇ ਢਿੱਡ ਤੇ ਹੱਥ ਲਾ ਕੇ ਚੈੱਕ ਕਰਾਂਗੇ ਵੀ ਡੱਬ ਦੇ ਵਿੱਚ ਪਊਆ ਹੈ ਕਿ ਅਧੀਆ ਹੈ ਕਿ ਬੋਤਲ ਹੈ, ਹਨਾ? ਸਵਾਲ ਬੜੀ ਤਰ੍ਹਾਂ ਦੇ ਆਉਂਦੇ ਨੇ। ਅਣਗਹਿਲੀ ਤੇ ਕਿਤੇ ਨਾ ਕਿਤੇ ਦੇਖੋ ਸਟਾਫ ਵੱਲੋਂ ਹੋਈ ਹੈ ਵੀ ਇੱਕ ਸ਼ਰਾਬ ਪੀਤੀ ਬੀਬੀ ਤੇ ਸ਼ਰਾਬ ਲੈ ਕੇ ਅੰਦਰ ਚਲੀ ਗਈ। ਹੁਣ ਇੱਥੇ ਦੋ ਤਿੰਨ ਸਵਾਲ ਮੇਰੇ ਮਨ ਦੇ ਵਿੱਚ ਵੀ ਆਉਣਗੇ ਵੀ ਜੇ ਸੰਗਤ ਦੀ ਭਾਵਨਾ ਭੜਕ ਸਕਦੀ ਹੈ ਤੇ ਬਾਈ ਜੀ ਫਿਰ ਮੁਲਾਜ਼ਮਾਂ ਦੀ ਭਾਵਨਾ ਭੜਕਣੀ ਚਾਹੀਦੀ ਹੈ ਨਾ। ਜਦੋਂ ਉਸ ਲੜਕੀ ਨੂੰ ਪਤਾ ਲੱਗਦਾ ਵੀ ਇਹ ਐਵੀਡੈਂਸ ਰੱਖਣਗੇ ਵੀ ਮੇਰੇ ਤੇ ਕੰਮ ਵੱਧ ਜਾਏਗਾ, ਉਹ ਹੱਥ ਮਾਰ ਕੇ ਉਸ ਬੋਤਲ ਨੂੰ ਤੋੜ ਦਿੰਦੀ ਹੈ। ਹੁਣ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਵੀ ਅਸੀਂ ਇਹ ਤੇ ਦੇਖ ਲਿਆ ਵੀ ਇਹ ਬੰਦਾ ਇਹਦੇ ਮਗਰ ਕੌਣ ਹੈ, ਅਸੀਂ ਉੱਥੇ ਤੱਕ ਕਦੀ ਨਹੀਂ ਜਾਂਦੇ ਪਏ। ਸਾਜ਼ਿਸ਼ ਤਹਿਤ ਹੋ ਰਿਹਾ ਕੰਮ ਇਹ? ਬਿਲਕੁਲ ਵੱਡੀ ਸਾਜ਼ਿਸ਼ ਹੈ ਜੀ। ਮੈਂ ਕਹਿੰਦਾ 2015 ਤੋਂ ਕਰੀਬ ਵੇਖਿਆ ਜਾਵੇ ਤਾਂ 1000 ਦੇ ਲਾਗੇ ਤਾਗੇ ਬੇਅਦਬੀਆਂ ਹੋ ਗਈਆਂ ਨੇ। ਮਾਸਟਰਮਾਈਂਡ ਤੇ ਤੁਹਾਡੇ ਕੋਲ ਅਜੇ ਤੱਕ ਫੜਿਆ ਨਹੀਂ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੇ ਲਿਖਦੇ ਪਹਾੜੀ ਰਾਜਿਆਂ ਨੂੰ ਚਿੱਠੀ ਲਿਖਤੀ, ਇਧਰੋਂ ਲਿਖ ਦਿੱਤੀ ਆਪਣੀ ਰਿਆਸਤਾਂ ਛੋਟੀਆਂ ਛੋਟੀਆਂ ਨੂੰ, ਉਹ ਕਹਿੰਦੇ ਨਾ ਇਹ ਤੇ ਪਿਆਦੇ ਨੇ, ਇਹ ਤੇ ਹੁਕਮ ਵਜਾਉਂਦੇ ਪਏ ਆ ਜੀ। ਮਗਰ ਕੌਣ ਹੈ? ਉਧਰ ਧਿਆਨ ਦਿੱਤਾ ਜਾਵੇ। ਕਿਸੇ ਦੇ ਜਾਨ ਦੇ ਨਾਲ ਅਗਲਿਆਂ ਨੂੰ ਘਾਟਾ ਨਹੀਂ ਪੈਂਦਾ। ਅਗਲਿਆਂ ਨੇ ਕਈ ਬਾਦਲ ਤਿਆਰ ਰੱਖੇ ਹੈ, ਕਈ ਕੈਪਟਨ ਤਿਆਰ ਰੱਖੇ ਹੈ, ਕਈ ਉਹਨਾਂ ਨੇ ਹੋਰ ਤਿਆਰ ਰੱਖੇ ਹੈ। ਸ਼੍ਰੋਮਣੀ ਕਮੇਟੀ ਕਹਿੰਦੀ ਹੈ ਵੀ ਇਹ ਸਾਡੇ ਜਿਹੜਾ ਪ੍ਰਬੰਧ ਦੇ ਵਿਚਕਾਰ ਆਇਆ ਹੈ, ਇਹ ਗੱਲ ਸਾਡੇ ਤੇ ਆਉਂਦੀ, ਜਿੰਨੀ ਛੇਤੀ ਹੋ ਸਕੇ ਗੱਲ ਨੱਪੀ ਜਾਵੇ। ਅਕਾਲੀ ਦਲ ਅਸੂਲਾਂ ਦੇ ਵਿੱਚੋਂ ਪੈਦਾ ਹੋਇਆ ਸੀ, ਪਰ ਅਕਾਲੀ ਦਲ ਜੀ ਅੱਜ ਮਿੱਟੀ ਹੋ ਗਿਆ। ਉਹਦਾ ਕਾਰਨ ਕੀ ਬਣਿਆ? ਅਸੀਂ ਦੱਬਣ ਦੇ ਵਿੱਚ ਉਹਨੂੰ ਦੱਬਦੇ ਨਾ। ਉਸ ਸਮੇਂ ਉਸ ਚੀਜ਼ ਦਾ ਪੂਰਾ ਰੇੜਕਾ ਐਨ ਕੱਢ ਕੇ ਰੱਖ ਦਿੰਦੇ, ਫੜ ਕੇ ਗੱਲ ਰੜਕ ਕੇ ਰੱਖ ਦਿੰਦੇ, ਭਾਵੇਂ ਯਾਰ ਕੋਈ ਵੀ ਹੁੰਦਾ ਜੀ। ਇਹਦਾ ਮਤਲਬ ਕੀ ਹੈ? ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਨਾ, ਇਹ ਕਿਸੇ ਬੜੀ ਵੱਡੀ, ਮੈਨੂੰ ਐਸਾ ਲੱਗਦਾ ਪਿਆ ਵੀ ਸਿੱਖ ਵਿਰੋਧੀ ਤਾਕਤ ਤੇ ਕੰਮ ਕਰਦੀ ਪਈ ਹੈ ਤੇ ਸਿੱਖ ਚਿਹਰਿਆਂ ਦੇ ਦੁਆਰਾ ਕਰਵਾ ਰਹੀ ਹੈ। ਇਧਰੋਂ ਚੂੜਾ ਪਾ ਕੇ ਆਈ ਹੈ ਤੇ ਲਾਗੇ ਪਤੀ ਦੀ ਲਾਸ਼ ਹੈ। ਪੰਜਾਬ ਨੇ ਬਹੁਤ ਕੁਝ ਵੇਖ ਲਿਆ। ਬੀਬੀ ਫੜੀ ਗਈ, ਬੀਬੀ ਮਾਰਤੀ। ਇਹਨੂੰ ਇੱਥੇ ਗੱਲ ਕਿਉਂ ਖਤਮ ਕਰਦੇ ਹੋ? ਤੁਹਾਨੂੰ ਲੱਗਦਾ ਬੀਬੀ ਮੁੱਕੀ, ਗੱਲ ਮੁੱਕ ਗਈ ਜੀ? ਬੀਬੀ ਦੇ ਮੁੱਕਣ ਨਾਲ ਗੱਲ ਨਹੀਂ ਮੁੱਕੀ, ਇਹ ਸ਼ੁਰੂ ਹੋਈ। ਬੀਬੀ ਦੇ ਮੁੱਕਣ ਨਾਲ ਗੱਲ ਸ਼ੁਰੂ ਹੋ ਗਈ ਹੈ ਜੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮੱਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਆਪ ਜੀ ਨੂੰ ਪਤਾ, ਅਸੀਂ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਜੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਹਾਂ ਔਰ ਮੁੱਦੇ ਦੀ ਕਲੈਰਿਟੀ ਲਈ ਇੱਕ ਨਵੀਂ ਸ਼ਖਸੀਅਤ ਆਪ ਜੀ ਦੇ ਰੂਬਰੂ ਕਰਦੇ ਹਾਂ। ਥੋੜੇ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰਦੀ ਹੈ। ਇਤਿਹਾਸਿਕ ਗੁਰੂ ਘਰ ਦੇ ਵਿੱਚ ਇੱਕ ਬੀਬੀ ਵੱਲੋਂ ਸਰੋਵਰ ਦੇ ਕਿਨਾਰੇ ਤੇ ਬੈਠ ਕੇ ਸ਼ਰਾਬ ਪੀਤੀ ਜਾਂਦੀ ਹੈ। ਉਹਦੀ ਅਸਲ ਸੱਚਾਈ ਕੀ ਹੈ, ਉਹ ਜਾਣਨ ਦੇ ਲਈ ਸਾਡੇ ਨਾਲ ਸਿੱਖ ਕੌਮ ਦੇ ਮਹਾਨ ਕਥਾਵਾਚਕ ਪੱਤਰਕਾਰ ਭਾਈ ਹਰਪ੍ਰੀਤ ਸਿੰਘ ਜੀ ਜੁੜੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸੋਸ਼ਲ ਮੀਡੀਆ ਤੇ ਇਹ ਗੱਲ ਬੜੀ ਤੂਲ ਫੜਦੀ ਜਾ ਰਹੀ ਹੈ, ਇਹਦੀ ਅਸਲ ਸੱਚਾਈ ਹੈ ਕੀ ਹੈ? ਪਟਿਆਲਾ ਦੀ ਇਹ ਬੜੀ ਵੱਡੀ ਘਟਨਾ ਵਾਪਰੀ, ਕੋਈ ਛੋਟੀ ਘਟਨਾ ਨਹੀਂ। ਇਤਿਹਾਸਿਕ ਗੁਰੂ ਘਰ ਹੈ ਪਟਿਆਲੇ ਪਿਛਲੇ ਦਿਨਾਂ ਦੇ ਵਿੱਚ ਵੀ ਘਟਨਾਵਾਂ ਵਾਪਰੀਆਂ, ਪਰ ਉਹਨਾਂ ਨੂੰ ਆਪਾਂ ਪਰੇ ਰੱਖ ਕੇ ਆਪਾਂ ਇਸ ਘਟਨਾ ਨੂੰ ਵੇਖੀਏ। ਇਹ ਤੁਸੀਂ ਤਹਿ ਤੱਕ ਗਏ ਹੋ, ਇਹਦੀ ਅਸਲ ਸੱਚਾਈ ਕੀ ਹੈ? ਪਹਿਲਾਂ ਤੇ ਭਾਈ ਹਰਪਾਲ ਸਿੰਘ ਜੀ, ਤੁਹਾਡਾ ਤੇ ਅਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਜੀ ਤੇ ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਿਹੜਾ ਤੁਸੀਂ ਕੀਤਾ ਵੀ ਪਟਿਆਲਾ ਜੋ ਘਟਨਾ ਵਾਪਰੀ ਹੈ ਉਹਦੀ ਸੱਚਾਈ ਕੀ ਹੈ ਜੀ? ਅਸਲ ਦੇ ਵਿੱਚ ਘਟਨਾ ਕਿਵੇਂ ਵਾਪਰਦੀ ਹੈ? ਕਰੀਬ ਰਾਤ 10 ਵਜੇ ਦਾ ਟਾਈਮ ਹੈ ਜੀ। ਹੁਣ ਮਨ ਦੇ ਵਿੱਚ ਸਵਾਲ ਪੈਦਾ ਹੋਏਗਾ ਵੀ ਰਾਤ 9:30 10 ਵਜੇ ਤੇ ਦਰਬਾਰ ਸਾਹਿਬ ਦੇ ਕਿਵਾੜ ਬੰਦ ਹੋ ਜਾਂਦੇ ਆ, ਬਿਲਕੁਲ ਆਮ ਕਰਕੇ ਇਤਿਹਾਸਿਕ ਗੁਰੂ ਘਰਾਂ ਦੇ। ਬਿਲਕੁਲ। ਅਸਲ ਵਿੱਚ ਉਸ ਦਿਨ ਐਤਵਾਰ ਸੀ। ਐਤਵਾਰ ਕਰਕੇ ਸੰਗਤ ਜਿਹੜੀ ਹੈ ਉਹ ਕਾਫੀ ਗੁਰੂ ਘਰ ਦੇ ਵਿੱਚ ਆਉਂਦੀ ਹੈ ਮੱਥਾ ਟੇਕਣ ਦੇ ਲਈ। ਅੱਗੇ ਵੀ ਸੰਗਤ ਆਉਂਦੀ ਹੈ, ਪਰ ਐਤਵਾਰ ਥੋੜਾ ਵਿਸ਼ੇਸ਼ ਤੌਰ ਦੇ ਉੱਪਰ ਸੰਗਤ ਆਉਂਦੀ ਹੈ ਜੀ। ਤੇ ਜਿਹੜੇ ਹੈੱਡ ਗ੍ਰੰਥੀ ਨੇ ਉਹ ਜ਼ਿੰਮੇਵਾਰੀ ਦੇ ਨਾਲ, ਕਿਉਂਕਿ ਦੇਖੋ ਵਿਚਾਰਕ ਮਤਭੇਦ ਹੋ ਸਕਦਾ, ਮੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੋਣ, ਪ੍ਰਧਾਨ ਦੇ ਨਾਲ ਹੋਣ, ਜਥੇਦਾਰਾਂ ਦੇ ਨਾਲ ਹੋਣ, ਮੁਲਾਜ਼ਮਾਂ ਦੇ ਨਾਲ ਹੋਣ, ਕਿਸੇ ਨਾਲ ਵੀ ਹੋਣ, ਬਿਲਕੁਲ ਜੀ, ਪਰ ਰਿਐਲਿਟੀ ਇਹ ਹੋਣੀ ਚਾਹੀਦੀ ਹੈ ਵੀ ਤੁਸੀਂ ਸੱਚ ਨੂੰ ਸੱਚ ਕਹੋ ਤੇ ਝੂਠ ਨੂੰ ਝੂਠ ਕਹੋ। ਬਿਲਕੁਲ ਚਾਹੀਦਾ। ਇਹ ਤਾਂ ਲੋਕਾਂ ਦਾ ਜਿਹੜਾ ਤੁਹਾਡੇ ਤੇ ਵਿਸ਼ਵਾਸ ਹੈ ਸਮਾਂ ਪਾ ਕੇ ਖਤਮ ਹੋ ਜਾਂਦਾ ਹੈ। ਉਹ ਕਹਿੰਦੇ ਬੈਠੇ ਹੀ ਭੰਡਣ ਨੂੰ ਨੇ, ਹੈ ਨਾ? ਬਿਲਕੁਲ। ਹੁਣ ਉਹਨਾਂ ਦਾ ਪੋਜ਼ਿਟਿਵ ਪੱਖ ਇਹ ਆ ਕਿ ਉਹ ਜਿੰਨੀ ਦੇਰ ਤੱਕ ਕਿਵਾੜ ਬੰਦ ਨਹੀਂ ਕਰਵਾ ਦਿੰਦੇ ਉਨੀ ਦੇਰ ਤੱਕ ਉਹ ਕੋਸ਼ਿਸ਼ ਕਰਦੇ ਵੀ ਮੈਂ ਨਾ ਜਾਵਾਂ। ਠੀਕ ਹੈ, ਯਾਨੀ ਪ੍ਰਣਾਮ ਸਿੰਘ ਦੀ ਗੱਲ ਕਰਦਾ ਮੈਂ ਜੀ।
ਹੁਣ ਉਸ ਸਮੇਂ ਦੇ ਦੌਰਾਨ ਸਰੋਵਰ ਦੇ ਕੰਢੇ ਦੇ ਉੱਪਰ ਇੱਕ ਬੀਬੀ ਜਿਹਦੀ ਉਮਰ ਕਰੀਬ 35 ਕੁ ਸਾਲਾਂ ਦੀ ਹੈ ਜੀ 35 ਕੁ ਸਾਲਾਂ ਦੀ। ਪਟਿਆਲਾ ਦੇ ਐਸਐਸਪੀ ਦੇ ਬਿਆਨ ਦੇ ਮੁਤਾਬਕ, ਕਿਉਂਕਿ ਮੈਂ ਜਿਹੜੀ ਸਟੇਟਮੈਂਟ ਦੇਣੀ ਹੈ ਉਹ ਬੜੀ ਪੁਖਤਾ ਸਟੇਟਮੈਂਟ ਦਿਆਂਗਾ, ਕੋਈ ਇਹ ਨਹੀਂ ਵੀ ਉਸ ਗੱਲ ਦੇ ਵਿੱਚ ਕੋਈ ਫਰਕ ਪੈ ਜਾਵੇਗਾ ਜੀ, ਕਿਉਂਕਿ ਪਟਿਆਲਾ ਦੇ ਐਸਐਸਪੀ ਦੀ ਸਟੇਟਮੈਂਟ ਦੇ ਮੁਤਾਬਕ ਉਹ ਸਰੋਵਰ ਦੇ ਕੰਢੇ ਤੇ ਬੈਠ ਕੇ ਸ਼ਰਾਬ ਪੀ ਰਹੀ ਸੀ, ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜੀ। ਹੁਣ ਉਹ ਜਿਹੜੀ ਸਟੇਟਮੈਂਟ ਹੈ ਅਫੀਸ਼ੀਅਲ ਸਟੇਟਮੈਂਟ ਹੈ। ਉਸ ਤੋਂ ਪਹਿਲਾਂ ਮੇਰੀ ਉੱਥੋਂ ਦੇ ਮੈਨੇਜਰ ਦੇ ਨਾਲ ਵੀ ਸਾਰੀ ਗੱਲਬਾਤ ਹੋ ਗਈ ਵੀ ਆਖਰਕਾਰ ਮਸਲਾ ਕੀ ਹੈ। ਉਸ ਸਮੇਂ ਮੈਨੇਜਰ ਗੁਰੂ ਘਰ ਦੇ ਵਿੱਚ ਨਹੀਂ ਸੀ, ਉਹ ਆਪਣੇ ਕੁਆਟਰ ਦੇ ਵਿੱਚ ਸਨ, ਉਹਨਾਂ ਨੂੰ ਫੋਨ ਕਰਕੇ ਸੱਦਿਆ ਜਾਂਦਾ ਹੈ ਜੀ। ਹੁਣ ਕਰੀਬ 9:30 ਵਜੇ ਦਾ ਟਾਈਮ ਹੈ, ਜਿਸ ਵੇਲੇ ਸਰੋਵਰ ਦੇ ਕੰਢੇ ਦੇ ਉੱਪਰ ਉਹ ਬੀਬੀ ਆਪਣੇ ਕੋਲੋਂ ਅਧੀਆ ਕੱਢਦੀ ਹੈ, ਜਿਹੜਾ ਅੱਧਾ ਕੁ ਖਤਮ ਹੋਇਆ ਤੇ ਅੱਧਾ ਕੁ ਪਿਆ ਹੋਇਆ। ਇਹਦਾ ਮਤਲਬ ਕਿ ਅਧੀਆ ਉਹਨੇ ਪਹਿਲਾਂ ਬਾਹਰ ਪੀਤਾ ਹੋਵੇਗਾ, ਉਹ ਸ਼ਰਾਬ ਪੀ ਕੇ ਅੰਦਰ ਆਈ ਹੈ ਤੇ ਨਸ਼ੇ ਦੇ ਵਿੱਚ ਸਰੋਵਰ ਦੇ ਕੰਢੇ ਤੇ ਬੈਠ ਕੇ ਦੁਬਾਰਾ ਪੀਣ ਲੱਗੀ ਸੀ। ਹੁਣ ਇੱਥੇ 2-3 ਸਵਾਲ ਖੜੇ ਹੋ ਜਾਂਦੇ ਆ। ਜੇ ਗਿਆਨੀ ਜੀ ਦੀ ਗੱਲ ਨੂੰ ਮੈਂ ਸਹੀ ਕਹਿਣਾ ਵਾਂ ਵੀ ਉਹਨਾਂ ਨੇ ਕਿਵਾੜ ਬੰਦ ਕਰਕੇ ਫਿਰ ਜਾਂਦੇ ਆ, ਤੇ ਪੋਜ਼ਿਟਿਵ ਪੱਖ ਹੈ। ਹੁਣ ਨੈਗੇਟਿਵ ਪੱਖ ਜਿੱਥੇ ਗਲਤ, ਉਹਨੂੰ ਗਲਤ ਕਹਿਣਾ ਪਏਗਾ ਜੀ ਕਿ ਸੇਵਾਦਾਰਾਂ ਨੂੰ ਇਸ ਗੱਲ ਦੀ ਕੋਈ ਸੂਹ ਨਹੀਂ ਲੱਗੀ ਕਿ ਇਸ ਬੀਬੀ ਨੇ ਸ਼ਰਾਬ ਪੀਤੀ ਹੈ। ਸਵਾਲ ਹੈ ਬਹੁਤ ਵੱਡਾ। ਬਿਲਕੁਲ ਬਿਲਕੁਲ। ਹੁਣ ਇੱਥੇ 2-3 ਤਰ੍ਹਾਂ ਦੇ ਸਵਾਲ ਆ ਜਾਣਗੇ ਜੀ, ਅਸੀਂ ਕਿਸੇ ਦਾ ਮੂੰਹ ਸੁੰਘਾਂਗੇ, ਹੈਨਾ। ਬਿਲਕੁਲ। ਇੱਕ ਸਵਾਲ ਆ ਜਾਏਗਾ ਜੀ, ਅਸੀਂ ਕਿਸੇ ਦੇ ਢਿੱਡ ਤੇ ਹੱਥ ਲਾ ਲਾ ਕੇ ਚੈੱਕ ਕਰਾਂਗੇ ਵੀ ਡੱਬ ਦੇ ਵਿੱਚ ਪਊਆ ਹੈ ਕਿ ਅਧੀ ਹੈ ਕਿ ਬੋਤਲ ਹੈ, ਹੈਨਾ। ਸਵਾਲ ਬੜੀ ਤਰ੍ਹਾਂ ਦੇ ਆਉਂਦੇ ਨੇ। ਬਿਲਕੁਲ ਜੀ। ਪਰ ਫਿਰ ਇਸ ਤਰੀਕੇ ਦੇ ਨਾਲ ਤੇ ਕੋਈ ਵੀ ਅੰਦਰ ਕੁਝ ਵੀ ਲੈ ਕੇ ਚਲਾ ਜਾਵੇਗਾ। ਜੇ ਹੁਣ ਇਹ ਆਪਾਂ ਦਲੀਲ ਦਈਏ ਵੀ ਦੱਸੋ ਅਸੀਂ ਜੀ ਕਿਸੇ ਦਾ ਮੂੰਹ ਸੁੰਘਾਂਗੇ, ਅਸੀਂ ਕਿਸੇ ਦੀ ਜੀ ਬੁੱਲਾਂ ਦੇ ਵਿੱਚ ਉਂਗਲ ਮਾਰ ਕੇ ਚੈੱਕ ਕਰਾਂਗੇ, ਜੇ ਇਹ ਦਲੀਲ ਦੇਣੀ ਹੋਵੇ ਤੇ ਜੀ ਵੀਰ ਜੀ ਅੱਖਾਂ ਦੱਸ ਦਿੰਦੀਆਂ ਨੇ ਬੰਦੇ ਦੀਆਂ, ਨਸ਼ੇ ਬੰਦੇ ਦੀਆਂ ਅੱਖਾਂ ਦੱਸ ਦਿੰਦੀਆਂ ਨੇ, ਉਹਦੀ ਚਾਲ ਦੱਸ ਦਿੰਦੀ ਏ, ਉਹਦਾ ਤੁਰਨਾ ਦੱਸ ਦਿੰਦਾ ਆ। ਇੰਜ ਕਹਿ ਲਓ ਵੀ ਸਾਰਾ ਕੁਝ ਹੀ ਉਹਦਾ ਜਿਹੜਾ ਹੁੰਦਾ ਉਹ ਬਿਆਨ ਕਰਦਾ ਹੁੰਦਾ ਆ। ਬਿਲਕੁਲ ਜੀ ਬਿਲਕੁਲ। ਅਣਗਹਿਲੀ ਤੇ ਕਿਤੇ ਨਾ ਕਿਤੇ ਦੇਖੋ ਸਟਾਫ ਵੱਲੋਂ ਹੋਈ ਹੈ ਵੀ ਇੱਕ ਸ਼ਰਾਬ ਪੀਤੀ ਬੀਬੀ ਤੇ ਸ਼ਰਾਬ ਲੈ ਕੇ ਅੰਦਰ ਚਲੀ ਗਈ, ਹਨਾ। ਦੋ ਪ੍ਰਕਾਰ ਦੀਆਂ ਨੇ। ਹੁਣ ਅਣਗਹਿਲੀ ਉੱਤੇ ਹੋਈ ਹੈ। ਇੱਥੇ ਵੀ ਜਿਹੜਾ ਆ ਸੇਵਾਦਾਰਾਂ ਨੇ ਪਹਿਲਾਂ ਬੀਬੀ ਨੂੰ ਨਹੀਂ ਪੜਿਆ, ਸੰਗਤ ਨੇ ਵੇਖਿਆ। ਓਕੇ, ਹੁਣ ਸੰਗਤ ਨੇ ਵੇਖਿਆ। ਹੁਣ ਇੱਥੇ 2-3 ਸਵਾਲ ਮੇਰੇ ਮਨ ਦੇ ਵਿੱਚ ਵੀ ਆਉਣਗੇ ਵੀ ਜੇ ਸੰਗਤ ਦੀ ਭਾਵਨਾ ਭੜਕ ਸਕਦੀ ਹੈ ਤੇ ਬਾਈ ਜੀ ਫਿਰ ਮੁਲਾਜ਼ਮਾਂ ਦੀ ਵੀ ਭਾਵਨਾ ਭੜਕਣੀ ਚਾਹੀਦੀ ਹੈ ਨਾ। ਹੁਣ ਐਸਜੀਪੀਸੀ ਦਾ ਅੱਜ ਇੱਕ ਬਿਆਨ ਆਇਆ ਆ ਜੀ, ਉਹ ਕਹਿੰਦੇ ਵੀ ਇਹਨੂੰ ਕਤਲ ਨਹੀਂ ਕਿਹਾ ਜਾ ਸਕਦਾ, ਇਹ ਸਿੱਖ ਦਾ ਰੋਸ ਸੀ, ਹੈਨਾ ਜੀ, ਇਹ ਸਿੱਖ ਦਾ ਰੋਸ ਸੀ, ਇਹਨੂੰ ਕਤਲ ਨਹੀਂ ਕਿਹਾ ਜਾ ਸਕਦਾ। ਸੋ ਜੇ ਸਿੱਖ ਨੂੰ ਰੋਸ ਆ ਸਕਦਾ ਆ ਤੇ ਬਾਕੀਆਂ ਨੂੰ ਰੋਸ ਕਿਉਂ ਨਹੀਂ ਆਉਂਦਾ, ਹੈਨਾ। ਬਾਕੀਆਂ ਨੂੰ ਰੋਸ ਕਿਉਂ ਨਹੀਂ ਆਉਂਦਾ ਜੀ। ਹੁਣ ਇੱਕ ਚੀਜ਼ ਨੂੰ ਸਮਝੋ, ਉਸ ਬੀਬੀ ਨੂੰ ਉੱਥੇ ਫੜਿਆ ਜਾਂਦਾ ਹੈ ਜੀ। ਜਦੋਂ ਫੜਿਆ ਜਾਂਦਾ ਤਾਂ ਉੱਥੇ ਗੁਰੂ ਘਰ ਦੇ ਨੈਚੁਰਲੀ ਗੱਲ ਹੈ ਵੀ ਜਦੋਂ ਗੁਰੂ ਘਰ ਦਾ ਕੋਈ ਮਸਲਾ ਤੇ ਮੁਲਾਜ਼ਮ ਵੀ ਇਕੱਠੇ ਹੋ ਜਾਂਦੇ ਨੇ, ਸੇਵਾਦਾਰ ਵੀ ਇਕੱਠੇ ਹੋ ਜਾਂਦੇ ਨੇ, ਗਿਆਨੀ ਜੀ ਵੀ, ਗ੍ਰੰਥੀ ਸਿੰਘ ਜਾਂ ਹੋਰ ਵੀ ਜਿਹੜੇ ਸਟਾਫ ਸਾਰਾ ਆ ਜਾਂਦਾ। ਬਿਲਕੁਲ ਜੀ। ਉੱਥੇ ਜਦੋਂ ਉਹਨੇ ਛਾਣਬੀਣ ਕੀਤੀ ਤੇ ਉਹਦੇ ਵਿੱਚੋਂ ਬੋਤਲ ਨਿਕਲੀ, ਅੱਧੀ ਬੋਤਲ ਜਿਹੜੀ ਹੈ, ਅੱਧੀ ਪੀਤੀ ਹੋਈ, ਅੱਧੀ ਪਈ ਹੋਈ ਹੈ ਜੀ। ਉਸ ਤੋਂ ਬਾਅਦ ਕੀ ਕੀਤਾ ਜਾਂਦਾ ਵੀ ਜਦੋਂ ਉਸ ਲੜਕੀ ਨੂੰ ਪਤਾ ਲੱਗਦਾ ਵੀ ਇਹ ਐਵੀਡੈਂਸ ਰੱਖਣਗੇ ਵੀ ਮੇਰੇ ਤੇ ਕੰਮ ਵੱਧ ਜਾਏਗਾ, ਉਹ ਹੱਥ ਮਾਰ ਕੇ ਉਸ ਬੋਤਲ ਨੂੰ ਤੋੜ ਦਿੰਦੀ ਹੈ। ਜਦੋਂ ਬੋਤਲ ਟੁੱਟਦੀ ਹੈ ਤੇ ਟੁੱਟਣ ਦੇ ਦੌਰਾਨ ਇੱਕ ਸਿੰਘ ਦੇ ਉੱਤੇ ਕੱਚ ਵੀ ਲੱਗਦਾ ਹੈ। ਫਿਰ ਉਸ ਤੋਂ ਬਾਅਦ ਉਹਨੂੰ ਬੀਬੀ ਨੂੰ ਫੜਿਆ ਜਾਂਦਾ ਹੈ। ਫੜਨ ਤੋਂ ਬਾਅਦ ਉਸ ਬੀਬੀ ਨੂੰ ਲੈ ਕੇ ਆਉਂਦੇ ਨੇ ਦਫ਼ਤਰ ਦੇ ਵਿੱਚ, ਉਹਨੂੰ ਪੁੱਛਿਆ ਜਾਂਦਾ ਕਿੱਥੋਂ ਹੈ। ਕਦੀ ਕਹਿੰਦੀ ਮੈਂ ਚੰਡੀਗੜ੍ਹ ਦੀ ਹਾਂ, ਕਦੀ ਕਹਿੰਦੀ ਮੈਂ ਮੁਹਾਲੀ ਦੀ ਹਾਂ, ਕਦੀ ਕਹਿੰਦੀ ਮੈਂ ਪੰਚਕੂਲੇ ਦੀ ਹਾਂ, ਜਦਕਿ ਉਹ ਪਟਿਆਲਾ ਦੇ ਰਹਿਣ ਵਾਲੀ ਹੈ। ਓਕੇ, ਉਹਦੀ ਜੇਬ ਦੇ ਵਿੱਚ ਉਹਦਾ ਆਧਾਰ ਕਾਰਡ ਪਿਆ ਹੋਇਆ ਹੈ ਜੀ, ਹੈਨਾ। ਆਧਾਰ ਕਾਰਡ ਤੋਂ ਪਤਾ ਲੱਗਦਾ ਵੀ ਇਹ ਬੀਬੀ ਦਾ ਆਹ ਨਾਮ ਹੈ, ਨਾਮ ਦੇ ਮਗਰ ਕੌਰ ਲੱਗਦਾ। ਸ਼ਰਮ ਵਾਲੀ ਗੱਲ ਹੈ, ਬੜੀ ਸ਼ਰਮ ਵਾਲੀ ਗੱਲ ਹੈ। ਹੁਣ ਇੱਥੇ 2-3 ਸਵਾਲ ਆਪਾਂ ਕਲੀਅਰ ਕਰਨੇ ਨੇ। ਜਦੋਂ ਉਸ ਬੀਬੀ ਨੂੰ ਥਾਣੇ ਲੈ ਕੇ ਜਾਣ ਲੱਗਦੇ ਨੇ, ਉਸ ਸਮੇਂ ਦੇ ਦੌਰਾਨ ਨਿਰਮਲਜੀਤ ਸਿੰਘ ਸੈਣੀ ਜੋ ਪ੍ਰਾਪਰਟੀ ਡੀਲਰ ਦਾ ਆਪਣਾ ਕੰਮ ਕਰਦੇ ਨੇ, ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਮਾਰਦੇ ਨੇ। ਹੁਣ ਇੱਥੇ 3 ਕੁ ਸਵਾਲ ਮੈਂ ਕਰਨੇ ਚਾਹੁੰਦਾ ਜਿਹੜੇ ਖੜੇ ਹੁੰਦੇ ਆ ਪੂਰੇ ਮੈਟਰ ਨੂੰ ਸਮਝਣ ਦੇ ਲਈ। ਬਿਲਕੁਲ ਹਰਪਾਲ ਸਿੰਘ ਜੀ, ਪਹਿਲੀ ਗੱਲ ਤੇ ਇਹ ਹੈ ਬੇਅਦਬੀ ਕਰਦਾ ਬੰਦਾ ਫੜਿਆ ਗਿਆ, ਉਹਨੂੰ ਮਾਰ ਦਿੱਤਾ ਗਿਆ। ਉੱਥੇ 2 ਗੱਲਾਂ ਹੁੰਦੀਆਂ ਨੇ, ਜਾਂ ਤੇ ਆਉਂਦੀ ਹੈ ਵੀ ਇਹ ਮੰਦਬੁੱਧੀ ਹੈ, ਇਹੋ ਜੀ ਗੱਲ ਅਕਸਰ ਹੀ ਜੋ ਮੈਂ ਸੁਣਨ ਦੇ ਵਿੱਚ ਆਉਂਦੀ ਹੈ। ਉਹ ਮੰਦਬੁੱਧੀ ਆਪਦੇ ਪਿਓ ਦੀ ਜਾ ਕੇ ਪੱਗ ਨੂੰ ਹੱਥ ਨਹੀਂ ਪਾ ਦਿੰਦਾ, ਹਨਾ। ਉਹ ਹੋਰ ਕਿਤੇ ਜਾ ਕੇ ਟਰਾਂਸਫਾਰਮਰ ਨੂੰ ਹੱਥ ਕਿਉਂ ਨਹੀਂ ਲਾ ਦਿੰਦਾ, ਕਿਸੇ ਨਹਿਰ ਦੇ ਵਿੱਚ ਕਿਉਂ ਨਹੀਂ ਚਲਾ ਜਾਂਦਾ, ਉਹ ਗੁਰਦੁਆਰੇ ਕਿਉਂ ਜਾਂਦਾ, ਸਵਾਲ ਹੈ, ਹਨਾ। ਹੋਰ ਵੀ ਧਾਰਮਿਕ ਸਥਾਨ ਨੇ, ਮੈਂ ਕਿਸੇ ਇਹ ਨਹੀਂ ਕਹਿੰਦਾ ਵੀ ਕਿਸੇ ਵੀ ਸਥਾਨ ਦੀ ਬੇਅਦਬੀ ਹੋਵੇ, ਹੈਨਾ, ਉੱਥੇ ਕਿਉਂ ਨਹੀਂ ਜਾਂਦਾ। ਨੰਬਰ 2, ਜੇ ਫੜਿਆ ਜਾਂਦਾ ਤੇ ਉਹਦਾ ਕਤਲ ਹੋ ਜਾਂਦਾ। ਹੁਣ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਵੀ ਅਸੀਂ ਇਹ ਤੇ ਦੇਖ ਲਿਆ ਵੀ ਇਹ ਬੰਦਾ, ਇਹਦੇ ਮਗਰ ਕੌਣ ਹੈ, ਅਸੀਂ ਉੱਥੇ ਤੱਕ ਕਦੇ ਨਹੀਂ ਜਾਂਦੇ ਪਏ। ਦੇਖੋ ਜੇ ਸ਼ਰਾਬ ਪੀਣੀ ਹੋਵੇ ਤੇ ਹੋਟਲ ਵੀ ਹੈ, ਬੀਅਰ ਬਾਰ ਵੀ ਹੈ, ਸੜਕਾਂ ਤੇ ਵੀ ਲੋਕੀ ਬਹਿ ਕੇ ਸ਼ਰਾਬ ਪੀਂਦੇ ਪਏ ਨੇ। ਹੁਣ ਜੇ ਇਸ ਤੋਂ ਵੀ ਥੋੜੀ ਜਿਹੀ ਅੱਗੇ ਚੱਲੀਏ ਤਾਂ ਥਾਂ ਥਾਂ ਤੇ ਲਿਖਿਆ ਹੁੰਦਾ ਸਰਕਾਰ ਦੁਆਰਾ ਮਨਜ਼ੂਰ ਸ਼ੁਦਾ ਅਹਾਤਾ ਜੀ, ਸਰਕਾਰ ਦੁਆਰਾ ਮਨਜ਼ੂਰ ਸ਼ੁਦਾ ਅਹਾਤਾ, ਹਨਾ। ਉੱਥੇ ਵੀ ਲੋਕ ਜਾਂਦੇ ਆ। ਹੁਣ ਇਹ ਸਰੋਵਰ ਦੇ ਕੰਢੇ ਤੇ ਆ ਕੇ ਸ਼ਰਾਬ ਪੀਣ ਵਾਲਾ ਕਿਹੜਾ ਤਰੀਕਾ ਹੋਇਆ ਬਈ? ਇਹ ਤਾਂ ਕੋਈ ਗੱਲ ਨਹੀਂ ਨਾ ਜੁੜਦੀ ਪਈ ਵੀ ਸਰੋਵਰ ਦੇ ਕੰਢੇ ਦੇ ਉੱਪਰ ਆ ਕੇ ਸਾਜ਼ਿਸ਼ ਤਹਿਤ ਹੋ ਰਿਹਾ ਕੰਮ ਇਹ। ਬਿਲਕੁਲ ਵੱਡੀ ਸਾਜ਼ਿਸ਼ ਹੈ ਜੀ। ਹੁਣ ਤੁਸੀਂ ਚਲੋ ਇਹ ਲਾਓ
ਇਸ ਤੋਂ ਪਹਿਲਾਂ ਆਈ ਮਰਿੰਡੇ ਵਾਲੀ ਘਟਨਾ। ਮੈਂ ਕਹਿੰਦਾ 2015 ਤੋਂ ਕਰੀਬ ਵੇਖਿਆ ਜਾਵੇ ਤਾਂ 1000 ਦੇ ਲਾਗੇ ਤਾਗੇ ਬੇਅਦਬੀਆਂ ਹੋ ਗਈਆਂ ਨੇ। ਮਾਸਟਰਮਾਈਂਡ ਤੇ ਤੁਹਾਡੇ ਕੋਲ ਅਜੇ ਤੱਕ ਫੜਿਆ ਨਹੀਂ ਗਿਆ। ਠੀਕ ਹੈ ਜੀ। ਇੱਕ ਹੁੰਦੀ ਹੈ ਪਾਲਿਸੀ, ਇੱਕ ਹੁੰਦਾ ਹਰਪਾਲ ਸਿੰਘ ਪਾਲਿਸੀ ਮੇਕਰ ਜੀ। ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸਟ੍ਰੈਟਜੀ ਨੂੰ ਕਿਉਂ ਨਹੀਂ ਅਪਣਾਉਂਦੇ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਨੰਦਪੁਰ ਨੂੰ ਘੇਰਾ ਕੌਣ ਪਾਉਂਦੇ ਆ? ਪਹਾੜੀ ਰਾਜੇ ਹੁੰਦੇ ਆ, ਹਨਾ, ਸਰਹੰਦੀਆਂ ਫੌਜਾਂ ਹੁੰਦੀਆਂ ਨੇ, ਹੋਰ ਛੋਟੀਆਂ ਮੋਟੀਆਂ ਰਿਆਸਤਾਂ ਹੁੰਦੀਆਂ ਨੇ, ਲਾਹੌਰ ਵਾਲੇ ਵੀ ਆ ਜਾਂਦੇ ਆ, ਸਾਰੇ ਇਕੱਠੇ ਹੋ ਕੇ ਆਨੰਦਪੁਰ ਨੂੰ ਘੇਰਾ ਪਾਉਂਦੇ ਆ। ਪਰ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜ਼ਫਰਨਾਮਾ ਲਿਖਦੇ ਆ, ਉਹ ਔਰੰਗਜ਼ੇਬ ਨੂੰ ਦਿੱਲੀ ਲਿਖਦੇ ਆ, ਇਹਨਾਂ ਨੂੰ ਨਹੀਂ ਲਿਖਦੇ। ਪਾਤਸ਼ਾਹ ਕਹਿੰਦੇ ਤੁਸੀਂ ਤੇ ਪਿਆਦੇ ਹੋ, ਬਿਲਕੁਲ ਤੁਸੀਂ ਤੇ ਛੋਟੇ ਪਿਆਦੇ ਹੋ ਜੀ। ਪਾਲਿਸੀ ਜਿੱਥੋਂ ਚੱਲਦੀ ਹੈ ਨਿਸ਼ਾਨਾ ਮੈਂ ਉਹਨੂੰ ਬਣਾਵਾਂਗਾ। ਕੀ ਬਾਤ ਹੈ। ਵੀ ਤੂੰ ਪੂਰੇ ਭਾਰਤ ਦਾ ਆਪਣੇ ਆਪ ਨੂੰ ਕਹਿਣਾ ਵੀ ਮੈਂ ਬੜਾ ਵੱਡਾ ਸਮਰਾਟ ਹਾਂ, ਮੈਂ ਰਾਜਾ ਮਾਂ, ਮੈਂ ਸਭ ਕੁਝ ਹਾਂ। ਕੀ ਗੱਲ ਤੈਨੂੰ ਪਤਾ ਨਹੀਂ ਲੱਗਦਾ ਪਿਆ ਵੀ ਆਹ ਲੋਕ ਆਹ ਕੁਝ ਕਰਦੇ ਪਏ ਨੇ? ਤੂੰ ਰਾਜਾ ਕਦਾ ਆ? ਹੈਨਾ। ਹੁਣ ਇੱਕ ਚੀਜ਼ ਨੂੰ ਬੜਾ ਧਿਆਨ ਦੇ ਨਾਲ ਸਮਝਿਆ ਜੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੇ ਲਿਖਦੇ ਪਹਾੜੀ ਰਾਜਿਆਂ ਨੂੰ ਚਿੱਠੀ ਲਿਖਤੀ, ਇਧਰੋਂ ਲਿਖ ਦਿੱਤੀ ਆਪਣੀ ਰਿਆਸਤਾਂ ਛੋਟੀਆਂ ਨੂੰ, ਉਹ ਕਹਿੰਦੇ ਨਾ ਇਹ ਤੇ ਪਿਆਦੇ ਨੇ, ਇਹ ਤੇ ਹੁਕਮ ਵਜਾਉਂਦੇ ਪਏ ਆ ਜੀ। ਮਗਰ ਕੌਣ ਹੈ? ਉਧਰ ਧਿਆਨ ਦਿੱਤਾ ਜਾਵੇ। ਸੋ ਤੁਸੀਂ ਵੀ ਦੇਖ ਲਿਆ, ਚਲੋ ਪਿਛਲੇ ਸਮੇਂ ਵਿੱਚ ਬਾਦਲ ਮਾੜਾ, ਕੈਪਟਨ ਮਾੜਾ, ਚੰਨੀ ਮਾੜਾ। ਬਾਈ ਜੀ ਇੱਕ ਚੀਜ਼ ਚੇਤੇ ਰੱਖਿਆ ਜੇ, ਜਿਹੜਾ ਵੀ ਚਿਹਰਾ ਲੈ ਕੇ ਆਉਣਗੇ ਨਾ ਉਸ ਪਾਲਿਸੀ ਦੇ ਵਿੱਚੋਂ ਲੰਘਿਆ ਲੈ ਕੇ ਆਉਣਗੇ। ਚਲੋ ਹੁਣ ਮੈਂ ਗੱਲ ਕਰ ਹੀ ਦੇਣਾ, ਭਗਵੰਤ ਮਾਨ ਆ ਗਿਆ, ਤੁਹਾਡਾ ਪੰਜਾਬ ਦਾ ਕੀ ਬਦਲ ਗਿਆ? ਤੁਹਾਡੇ ਤੇ ਮੁੰਡਿਆਂ ਤੇ ਅੱਜ ਵੀ ਐਨਐਸਏ ਲੱਗਦੀ ਪਈ ਹੈ, ਅੱਜ ਵੀ ਤੁਹਾਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਂਦਾ। ਮੈਨੂੰ ਦੱਸੋ ਵੀ ਤੁਹਾਡਾ ਕੀ ਭਲਾ ਹੋ ਗਿਆ? ਇੱਕ ਚੀਜ਼ ਚੇਤੇ ਰੱਖਿਆ ਜੇ, ਤੁਸੀਂ ਚਿਹਰਿਆਂ ਦਾ ਵਿਰੋਧ ਕਰਦੇ ਪਏ ਹੋ, ਤੁਸੀਂ ਪਾਲਿਸੀ ਵਾਲੇ ਪਾਸੇ ਜਾਂਦੇ ਨਹੀਂ ਪਏ। ਸੱਚ ਜੀ। ਹੁਣ ਜੇ ਇੱਕ ਪਾਸੇ ਇੱਕ ਪੱਖ ਲੈ ਲਓ, ਬਾਦਲ ਖਤਮ ਹੋ ਗਿਆ, ਹਨਾ, ਚਲੋ ਕਿਸੇ ਬੰਦੇ ਨੂੰ ਮੋਏ ਦੇ ਬਾਰੇ ਮੈਂ ਉਹਨੂੰ ਕੁਝ ਐਸਾ ਕੋਈ ਸ਼ਬਦ ਨਹੀਂ ਵਰਤਣਾ ਚਾਹੁੰਦਾ, ਕਿਉਂਕਿ ਹਰ ਇੱਕ ਦੇ ਨਾਲ ਕੋਈ ਭਾਵਨਾ ਜੁੜੀ ਹੁੰਦੀ ਹੈ। ਪਿਛਲੇ ਸਮੇਂ ਵਿੱਚ ਮੇਰੀ ਵੀ ਮਾਂ ਦੁਨੀਆ ਤੋਂ ਗਈ ਹੈ, ਹਨਾ। ਮੈਂ ਕਿਸੇ ਦੇ ਪਿਓ ਨੂੰ ਮਾੜਾ ਕਹਾਂ, ਕੋਈ ਮੇਰੇ ਪ੍ਰਤੀ ਮਾੜਾ ਕਹੇਗਾ, ਮੇਥੋਂ ਬਰਦਾਸ਼ਤ ਬਾਅਦ ਚ ਨਾ ਹੋਇਆ, ਉਹ ਗੱਲ ਹੋਰ ਪਾਸੇ ਤੁਰ ਪੈਗੀ। ਕਿਸੇ ਦੇ ਜਾਨ ਦੇ ਨਾਲ ਅਗਲਿਆਂ ਨੂੰ ਘਾਟਾ ਨਹੀਂ ਪੈਂਦਾ। ਅਗਲਿਆਂ ਨੇ ਕਈ ਬਾਦਲ ਤਿਆਰ ਰੱਖੇ ਹੈ, ਕਈ ਕੈਪਟਨ ਤਿਆਰ ਰੱਖੇ ਹੈ, ਕਈ ਉਹਨਾਂ ਨੇ ਹੋਰ ਤਿਆਰ ਰੱਖੇ ਹੈ। ਠੀਕ ਹੈ ਜੀ। ਚਿਹਰਾ ਬਦਲ ਕੇ ਪਾਲਿਸੀ ਉਹੀ ਲੈ ਕੇ ਆਉਣਗੇ ਬਾਈ ਜੀ, ਕੁਝ ਫਰਕ ਨਹੀਂ ਪੈਣਾ। ਤੇ ਫਿਰ ਚਿਹਰੇ ਵੀ ਤੁਹਾਡੇ ਸਿੱਖ, ਜਿਵੇਂ ਤੁਸੀਂ ਕੋਤਵਾਲੀ ਦੀ ਗੱਲ ਕੀਤੀ ਵੀ ਉਹ ਵੀ ਸਿੱਖ, ਇਹਦੇ ਪਿੱਛੇ ਵੀ ਕੌਰ ਲੱਗਦਾ, ਜੇ ਬਲਾਸਟ ਫੜੇ ਜਾਂਦੇ ਉਹ ਵੀ ਸਿੱਖ ਨੇ। ਮੈਂ ਗੱਲ ਕੰਪਲੀਟ ਕਰ ਲਵਾਂ ਪਹਿਲਾਂ, ਠੀਕ ਹੈ ਜੀ। ਉਹ ਚਿਹਰੇ ਬਦਲ ਕੇ, ਸੋ ਅਸੀਂ ਸਦਾ ਹੀ ਜਿਹੜਾ ਸਾਹਮਣੇ ਆ ਗਿਆ ਨਾ, ਅਸੀਂ ਉਹਦਾ ਵਿਰੋਧ ਕਰ ਲਿਆ। ਬਿਲਕੁਲ। ਉਹਨੂੰ ਭੇਜਣ ਵਾਲਾ ਕੌਣ ਹੈ? ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਪਏ? ਕੁੱਤੇ ਨੂੰ ਕੋਈ ਡਾਂਗ ਮਾਰਦਾ ਨਾ, ਕੁੱਤਾ ਡਾਂਗ ਮੂੰਹ ਚ ਪਾਉਂਦਾ ਹੈ ਨਾ। ਅਕਸਰ ਕੀ ਸੁਣਨ ਦੇ ਵਿੱਚ ਆਇਆ ਵੀ ਸ਼ੇਰ ਨੂੰ ਜਦੋਂ ਕੋਈ ਚੀਜ਼ ਵੱਜਦੀ ਹੈ ਨਾ, ਉਹ ਧਿਆਨ ਉਧਰ ਦਿੰਦਾ ਵੀ ਬਾਈ ਕਿਹੜੇ ਪਾਸਿਓਂ ਆ। ਸੋ ਤੁਸੀਂ ਇੱਕ ਪਾਸੇ ਆਪਣੇ ਆਪ ਨੂੰ ਸ਼ੇਰ ਕਹਿੰਦੇ, ਪਰ ਇਹ ਵੀ ਦੇਖੋ ਨਾ ਪਾਲਿਸੀ ਕਿੱਥੋਂ ਦੀ ਹੈ। ਤਫਤੀਸ਼ ਕਰੇ ਕੌਣ? ਮੰਨ ਲਓ ਸਰਕਾਰ ਫੜਦੀ ਹੈ, ਉਹ ਮੈਂਟਲੀ ਅਪਸੈਟ ਕਹਿ ਦਿੰਦੀ, ਸ਼੍ਰੋਮਣੀ ਕਮੇਟੀ ਵਾਲੇ ਫੜਦੇ ਨੇ, ਉਹ ਵੀ ਉਹ ਇਹ ਡਿਕਲੇਅਰ ਕਰਕੇ ਵੀ ਇਹ ਮੰਦਬੁੱਧੀ ਹੈ। ਇਹ ਮਤ ਤਫਤੀਸ਼ ਅਖੀਰ ਤੱਕ ਜਾਵੇ ਕਿਹੜਾ? ਕੋਈ ਆਪ ਦਾ ਚੰਬ ਚ ਆਉਂਦਾ ਹੈ। ਸ਼੍ਰੋਮਣੀ ਕਮੇਟੀ ਕਹਿੰਦੀ ਹੈ ਵੀ ਇਹ ਸਾਡੇ ਜਿਹੜਾ ਪ੍ਰਬੰਧ ਦੇ ਵਿਚਕਾਰ ਆਇਆ ਹੈ, ਇਹ ਗੱਲ ਸਾਡੇ ਤੇ ਆਉਂਦੀ, ਜਿੰਨੀ ਛੇਤੀ ਹੋ ਸਕੇ ਗੱਲ ਨੱਪੀ ਜਾਵੇ ਜੀ। ਠੀਕ ਹੈ ਜੀ, ਇਹ ਗੱਲ ਨੱਪੀ ਜਾਵੇ। ਨੰਬਰ 2 ਦੇ ਉੱਪਰ ਸਰਕਾਰ ਕਹਿੰਦੀ ਹੈ ਵੀ ਇਹ ਧਾਰਮਿਕ ਮਸਲਾ ਬਣ ਗਿਆ, ਇਸ ਤੋਂ ਪਹਿਲਾਂ ਕਿ ਲੋਕ ਸੜਕਾਂ ਦੇ ਉੱਪਰ ਆ ਜਾਣ, ਇਹ ਗੱਲ ਨੱਪੀ ਜਾ। ਅਸੀਂ ਨਾ ਨੱਪਣ ਦੇ ਚੱਕਰ ਦੇ ਵਿੱਚ ਹੀ 2015 ਤੋਂ ਲੈ ਕੇ ਹੁਣ ਨੱਪਣ ਦੇ ਚੱਕਰ ਦੇ ਵਿੱਚ ਤੇ ਅਕਾਲੀ ਦਲ ਡੁੱਬਿਆ। ਨਹੀਂ ਤੇ ਪੰਜਾਬ ਦੀ ਖੇਤਰੀ ਪਾਰਟੀ ਇੱਕੋ ਇੱਕ ਹੀ ਹੈ ਨਾ, ਇੱਕੋ ਇੱਕ ਪੰਜਾਬ ਦੀ ਖੇਤਰੀ ਪਾਰਟੀ ਹੈ, ਬਾਕੀ ਤਾਂ ਸਾਰਾ ਦਿੱਲੀ ਤੋਂ ਕੰਮ ਚੱਲਦਾ ਪਿਆ। ਜਦ ਕਿ ਖੇਤਰੀ ਪਾਰਟੀ, ਖੇਤਰੀ ਲੋਕ ਮਰਨ ਨਹੀਂ ਦਿੰਦੇ ਹੁੰਦੇ। ਅਕਾਲੀ ਦਲ ਸਿਧਾਂਤਾਂ ਦੇ ਵਿੱਚੋਂ ਪੈਦਾ ਹੋਇਆ ਸੀ, ਅਕਾਲੀ ਦਲ ਅਸੂਲਾਂ ਦੇ ਵਿੱਚੋਂ ਪੈਦਾ ਹੋਇਆ ਸੀ। ਪਰ ਅਕਾਲੀ ਦਲ ਜੀ ਅੱਜ ਮਿੱਟੀ ਹੋ ਗਿਆ, ਉਹਦਾ ਕਾਰਨ ਕੀ ਬਣਿਆ? ਅਸੀਂ ਦੱਬਣ ਦੇ ਵਿੱਚ, ਉਹਨੂੰ ਦੱਬਦੇ ਨਾ ਜੀ, ਹਨਾ। ਉਸ ਸਮੇਂ ਉਸ ਚੀਜ਼ ਦਾ ਪੂਰਾ ਰੇੜਕਾ ਐਨ ਕੱਢ ਕੇ ਰੱਖ ਦਿੰਦੇ, ਫੜ ਕੇ ਗੱਲ ਰੜਕ ਕੇ ਰੱਖ ਦਿੰਦੇ, ਭਾਵੇਂ ਯਾਰ ਕੋਈ ਵੀ ਹੁੰਦਾ, ਭਾਵੇਂ ਕੋਈ ਵੀ ਹੁੰਦਾ, ਹਨਾ। ਉਹ ਚੀਜ਼ ਲੋਕਾਂ ਨੂੰ, ਬਾਕੀਆਂ ਨੂੰ ਕੰਨ ਹੋ ਜਾਣੇ ਸੀ। ਹੁਣ 2-3 ਚੀਜ਼ਾਂ ਨੂੰ ਸਮਝੋ। ਇਹ ਬੀਬੀ ਆਈ, ਸ਼ਰਾਬ ਪੀਣੀ ਹੁੰਦੀ, ਠੀਕ ਹੈ ਜੀ, ਅਹਾਤੇ ਸੀ, ਹੋਟਲ ਸੀ, ਬੀਅਰ ਬਾਰ ਸੀ, ਸੜਕ ਸੀ, ਕਿਤੇ ਲੁਕ ਛਿਪ ਕੇ ਪੀ ਸਕਦੀ ਸੀ, ਹੈਨਾ। ਜਿੱਥੇ ਰਹਿੰਦੀ ਵੀ ਰਾਤ ਹੋਵੇਗੀ, ਕੋਈ ਨਾ ਟਿਕਾਣਾ ਤੇ ਹੈ ਹਰ ਬੰਦੇ ਦਾ, ਕੋਈ ਨਾ ਕੋਈ ਛੱਤ ਤੇ ਹਰ ਕਿਸੇ ਨੇ ਬਣਾਈ ਹੈ। ਉਹ ਭਾਵੇਂ ਕਿਰਾਏ ਤੇ ਸੀ, ਭਾਵੇਂ ਪੀਜੀ ਵਿੱਚ ਸੀ, ਭਾਵੇਂ ਆਪਣਾ ਸੀ, ਉੱਥੇ ਬਹਿ ਕੇ ਪੀਤੀ ਜਾ ਸਕਦੀ। ਸਰੋਵਰ ਦੇ ਕੰਢੇ ਤੇ ਬਹਿ ਕੇ ਪੀਣ ਦੀ ਕੀ ਤੁਕ ਬਣਦੀ ਹੈ, ਹੈਨਾ। ਇਸ ਗੱਲ ਨੂੰ ਕਦੀ ਸਮਝੋ ਤੁਸੀਂ। ਇਹਦਾ ਮਤਲਬ ਕੀ ਹੈ? ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਨਾ, ਇਹ ਕਿਸੇ ਬੜੀ ਵੱਡੀ, ਮੈਨੂੰ ਐਸਾ ਲੱਗਦਾ ਪਿਆ ਵੀ ਸਿੱਖ ਵਿਰੋਧੀ ਤਾਕਤ ਤੇ ਕੰਮ ਕਰਦੀ ਪਈ ਹੈ, ਤੇ ਸਿੱਖ ਚਿਹਰਿਆਂ ਦੇ ਦੁਆਰਾ ਕਰਵਾ ਰਹੀ ਹੈ। ਇੱਕ ਬੀਬੀ ਵੱਲੋਂ ਵੇਖੋ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਕੋਰ ਨਾਮ ਦੇ ਪਿੱਛੇ ਲੱਗਦਾ, ਗੁਰਬਾਣੀ ਦੇ ਵਿੱਚ ਸ਼ਰਾਬ ਦੀ ਬੜੀ ਵੱਡੀ ਵਿਰੋਧਤਾ ਹੈ। ਜਿਹੜਾ ਮਰਿੰਡੇ ਹੋਇਆ ਉਹਦੇ ਨਾਮ ਨਾਲ ਵੀ ਸਿੰਘ ਲੱਗਦਾ ਸੀ, ਪਰ ਕੁੜੀ ਇੱਕ ਸ਼ਰਾਬ ਪੀਣੀ ਇੱਕ ਪੰਜਾਬ ਦੇ ਵਿੱਚ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਵੀਰ ਜੀ। ਬਿਲਕੁਲ ਚਿੰਤਾ ਦਾ ਵਿਸ਼ਾ ਹੈ ਇਹ। ਤੇ ਤੁਸੀਂ ਸ਼ਰਾਬ ਪੀਣ ਦੀ ਗੱਲ ਕਰਦੇ ਹੋ, ਪਿਛਲੇ ਦਿਨਾਂ ਵਿੱਚ ਚਿੱਟੇ ਨਾਲ ਕੁੜੀਆਂ ਨਹੀਂ ਮਰੀਆਂ, ਹੱਥਾਂ ਦੇ ਵਿੱਚ ਚੂੜਾ ਪਾਇਆ ਹੁੰਦਾ ਸੀ, ਤੇ ਐਨ ਵੀਡੀਓ ਮਰਦੀਆਂ ਤੱਕ ਦੀ ਬਣੀਆਂ ਹੋਈਆਂ ਨੇ। ਇਹ ਬਹੁਤ ਕੁਝ ਪੰਜਾਬ ਦੇ ਵਿੱਚ ਹੋ ਗਿਆ। ਇਹਨਾਂ ਗੱਲਾਂ ਨੂੰ ਤੁਸੀਂ ਇਹਨਾਂ ਨਾ ਲਓ ਵੀ ਐਸਾ ਕਿਵੇਂ ਹੋ ਸਕਦਾ ਹੈ। ਬਾਈ ਜੀ, ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੁੜੀਆਂ ਵਿਆਹੀਆਂ ਆਈਆਂ ਨੇ, ਹਨਾ, ਤੇ ਪਹਿਲੀ
ਪਹਿਲੀ ਰਾਤ ਹੈ ਉਹਨਾਂ ਦੀ ਆਪਣੇ ਪਤੀ ਦੇ ਨਾਲ। ਹੁਣ ਮੈਂ ਇੱਥੇ ਸ਼ਬਦ ਕੋਈ ਐਸਾ ਨਹੀਂ ਵਰਤਣਾ ਚਾਹੁੰਦਾ, ਸੁਹਾਗ ਰਾਤ ਕਿਹਾ ਜਾਂਦਾ। ਹੁਣ ਇੱਥੇ ਚਲੋ ਨੈਗੇਟਿਵ ਨਾ ਲੈ ਜਾਏ, ਸੁਹਾਗ ਦੇ ਅਰਥ ਹੁੰਦੇ ਮਿਲਾਪ, ਸੁਹਾਗ ਦੇ ਅਰਥ ਹੁੰਦੇ ਨੇ ਮਿਲਾਪ। ਅਸੀਂ ਕਹਿ ਨਹੀਂ ਦਿੰਦੇ ਵੀ ਪ੍ਰਮਾਤਮਾ ਦੀਆਂ ਸੁਹਾਗਣਾ ਬਣਨਾ ਹੈ, ਵੀ ਸਾਨੂੰ ਪਤੀ ਪ੍ਰਮਾਤਮਾ ਦਾ ਮਿਲਾਪ ਹਾਸਲ ਹੋਵੇ, ਹੈਨਾ, ਵੀ ਦੋਹਾਂ ਜੀਆਂ ਦੀ ਜਿਨ੍ਹਾਂ ਨੂੰ ਕਾਨੂੰਨ ਨੇ ਧਰਮ ਨੇ ਇਕੱਠੇ ਰਹਿਣ ਦੀ ਪ੍ਰਵਾਨਗੀ ਦਿੱਤੀ ਹੈ, ਹੈਨਾ, ਜਿੱਥੋਂ ਗ੍ਰਸਤੀ ਜੀਵਨ ਤੁਹਾਡਾ ਅੱਗੇ ਚੱਲਣਾ ਹੈ। ਔਰ ਰਿਜ਼ਲਟ ਕੀ ਨਿਕਲਦਾ ਪਿਆ ਵੀ ਉਸ ਰਾਤ ਟੀਕੇ ਲਾ ਕੇ ਵੀ ਮੁੰਡੇ ਮਰੇ ਨੇ। ਅੰਦਾਜ਼ਾ ਲਾ ਕੇ ਵੇਖੋ, ਇਧਰੋਂ ਚੂੜਾ ਪਾ ਕੇ ਆਈ ਹੈ ਤੇ ਲਾਗੇ ਪਤੀ ਦੀ ਲਾਸ਼ ਹੈ। ਪੰਜਾਬ ਨੇ ਬਹੁਤ ਕੁਝ ਵੇਖ ਲਿਆ। ਇਹ ਚੀਜ਼ਾਂ ਤੋਂ ਆਪਾਂ ਥੋੜੇ ਜਿਹਾ ਹੁਣ ਹਟ ਕੇ ਗੱਲ ਕਰੀਏ ਜੀ। ਸਰੋਵਰ ਦੇ ਕੰਢੇ ਤੇ ਬਹਿ ਕੇ ਸ਼ਰਾਬ ਪੀਣਾ ਜੀ ਬੜੀ ਵੱਡੀ ਇੱਕ ਧਿਆਨ ਮੰਗਦਾ ਹੈ। ਇਹਨੂੰ ਲਾਈਟ ਬੀਬੀ ਫੜੀ ਗਈ, ਬੀਬੀ ਮਾਰਤੀ, ਇਹਨੂੰ ਇੱਥੇ ਗੱਲ ਕਿਉਂ ਖਤਮ ਕਰਦੇ ਹੋ? ਤੁਹਾਨੂੰ ਲੱਗਦਾ ਬੀਬੀ ਮੁੱਕ ਗਈ, ਗੱਲ ਮੁੱਕ ਗਈ ਜੀ? ਬੀਬੀ ਦੇ ਮੁੱਕਣ ਨਾਲ ਗੱਲ ਨਹੀਂ ਮੁੱਕੀ, ਇਹ ਸ਼ੁਰੂ ਹੋਈ। ਬੀਬੀ ਦੇ ਮੁੱਕਣ ਨਾਲ ਗੱਲ ਸ਼ੁਰੂ ਹੋ ਗਈ ਹੈ ਜੀ। ਵੀ ਕੌਣ ਸੀ ਮਗਰ ਜਿਹੜਾ ਇੱਥੇ ਤੱਕ ਲੈ ਕੇ ਆਇਆ? ਕੌਣ ਸੀ ਮਗਰ? ਇਤਨਾ ਸਾਰੇ ਪੈਰ ਰੱਖ ਕੇ ਸਰੋਵਰ ਦੇ ਵਿੱਚ ਜਿਵੇਂ ਆਪਾਂ ਵੇਖਦੇ ਆ, ਉਹ ਤੇ ਪੂਲ ਬਣਾ ਦੇਣਗੇ। ਅੱਗੇ ਚੱਲੋ, ਅੱਗੇ ਚੱਲੋ, ਠੀਕ ਹੈ ਜੀ। ਇੱਕ ਪੱਖ ਤੇ ਇਹ ਆ ਗਿਆ, ਮੈਨੂੰ ਇਹਦੇ ਮਗਰ ਕੋਈ ਸਿੱਖ ਵਿਰੋਧੀ ਤਾਕਤ ਦੀ ਬੂ ਆ ਰਹੀ ਹੈ। ਇੱਥੇ ਪੂਰਾ ਇੱਕ ਪੈਨਲ ਬਣ ਕੇ ਮੰਥਨ ਹੋਣਾ ਚਾਹੀਦਾ ਹੈ ਜੀ, ਪੂਰਾ ਇਹਦੀ ਬਰੀਕੀ ਵਿੱਚ। ਤੁਸੀਂ ਬੀਬੀ ਮਰ ਗਈ, ਗੱਲ ਖਤਮ ਹੋ ਗਈ, ਇਹ ਕੌਣ ਸੀ, ਕਿਸ ਪਰਿਵਾਰ ਵਿੱਚੋਂ ਸੀ, ਇਹ ਮੈਡੀਸਨ ਚੱਲਦੀ ਸੀ ਕਿੱਥੋਂ ਚੱਲਦੀ ਸੀ, ਕਿਹੜੇ ਡਾਕਟਰ ਕੋਲ ਚੱਲਦੀ ਸੀ, ਇਹ ਕੀ ਹਾਲਾਤ ਸਨ, ਇਹ ਕੀ ਜਿਹੜੀ ਦਵਾਈ ਚੱਲਦੀ ਸੀ, ਇਹ ਕੀ ਇਹਦੀਆਂ ਹਰਕਤਾਂ ਸਨ, ਉਹ ਸਾਰਾ ਤਹਿ ਤੱਕ ਤੇ ਜਾਓ ਯਾਰ ਜੀ। ਨਹੀਂ ਜਾਂਦੇ ਪਏ ਆਪਾਂ, ਚਲੋ ਇਸ ਤੋਂ ਅੱਗੇ ਆ ਜਾਓ। ਦੂਜੀ ਗੱਲ ਇੱਥੇ ਸਭ ਤੋਂ ਵੱਡੀ ਇਹ ਚੱਲਦੀ ਪਈ ਹੈ ਵੀ ਉਹ ਸਿੱਖ ਨੇ ਜਿਸ ਨੇ ਗੋਲੀ ਮਾਰੀ ਹੈ ਜੀ, ਭਾਈ ਨਿਰਮਲਜੀਤ ਸਿੰਘ ਜਿਸ ਦਾ ਨਾਮ ਹੈ, ਜਿਸ ਦਿਨ ਉਹਨਾਂ ਦੀ ਅਰੈਸਟ ਪੈਂਦੀ ਹੈ, ਫੁੱਲਾਂ ਦੀ ਵਰਖਾ ਹੁੰਦੀ ਹੈ। ਠੀਕ ਹੈ, ਲੋਕਾਂ ਨੇ ਫੁੱਲਾਂ ਦੀ ਵਰਖਾ ਕਿਉਂ ਕੀਤੀ ਇਹ ਵੀ ਦੇਖਣਾ ਬਣਦਾ ਹੈ ਨਾ। ਲੋਕਾਂ ਨੇ ਫੁੱਲਾਂ ਦੀ ਵਰਖਾ ਤਾਂ ਕੀਤੀ, ਉਹਨਾਂ ਨੂੰ ਕੁਝ ਲੱਗਿਆ ਵੀ ਭਾਈ ਆਹ ਕੀਤਾ, ਨਿਆਂ ਮੌਕੇ ਦੇ ਉੱਪਰ ਹੋ ਗਿਆ, ਹਨਾ। ਚਲੋ ਇਸ ਕਰਕੇ ਲੋਕਾਂ ਨੇ ਕੀਤੀ। ਹਾਂ, ਹੁਣ ਦੂਸਰਾ ਪੱਖ ਥੋੜੀ ਬਰੀਕੀ ਵਿੱਚ ਲੈਣ ਵਾਲੀ ਹੈ। ਹੁਣ ਇੱਥੇ ਕਈਆਂ ਨੇ ਕਹਿਣਾ ਦੱਸੋ ਜੀ ਫਿਰ ਏਡਾ ਕਿਹੜਾ ਗੁਨਾਹ ਹੋ ਗਿਆ ਜਿਹਦੀ ਸਜ਼ਾ ਮੌਤ ਹੀ ਹੁੰਦੀ ਹੈ? ਮੈਂ ਮੰਨਦਾ ਵਾਂ, ਪਰ ਇਹ ਵੀ ਵੇਖੋ ਵੀ ਉਸ ਨੂੰ ਆਪਣਾ ਹਥਿਆਰ ਕਿਉਂ ਵਰਤਣਾ ਪਿਆ। ਸਵਾਲ ਇੱਥੇ ਹੈ। ਬਿਲਕੁਲ ਜੀ, ਠੀਕ ਹੈ। ਕਾਨੂੰਨ ਹੱਥਾਂ ਵਿੱਚ ਜੇ ਤੁਸੀਂ ਕਹਿੰਦੇ ਉਹਨੇ ਕਿਉਂ ਲਿਆ, ਮੈਂ ਕਹਿੰਦਾ ਇਹ ਗੱਲ ਕਹੋ ਕਿਉਂ ਲੈਣਾ ਪਿਆ, ਕਿਉਂ ਲੈਣਾ ਪਿਆ। ਤੁਸੀਂ ਇਸ ਚੀਜ਼ ਨੂੰ ਕਿਉਂ ਨੂੰ ਥੋੜਾ ਜਿਹਾ ਉਲਟਾ ਕੇ ਵੇਖੋ, ਕਿਉਂ ਲੈਣਾ ਪਿਆ। ਜਦੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਦੋਂ ਕੋਈ ਬੇਅਦਬੀਆਂ ਕਰਦਾ ਫੜਿਆ ਜਾਂਦਾ ਸੀ, ਮੰਦ ਬੁੱਧੀ ਕਹਿ ਕੇ ਛੱਡ ਦਿੱਤੇ ਜਾਂਦੇ ਹੁੰਦੇ ਸਨ ਜੀ, ਠੀਕ ਹੈ ਜੀ। ਜਦੋਂ ਪਿਛਲੇ ਸਮੇਂ ਵਿੱਚ ਕੋਈ ਫੜਿਆ ਜਾਂਦਾ ਹੁੰਦਾ ਸੀ ਤੇ ਕਿਤੇ ਨਾ ਕਿਤੇ ਉਹਨੂੰ ਬਚਾਉਣ ਦੇ ਪ੍ਰਯਾਸ ਕੀਤੇ ਜਾਂਦੇ ਹੁੰਦੇ ਸਨ। ਇਸ ਕਰਕੇ ਉਹਨੇ ਮਹਿਸੂਸ ਕੀਤਾ ਵੀ ਇੱਥੇ ਕੋਈ ਨਿਆਂ ਨਹੀਂ ਮਿਲਣਾ। ਜੇ ਫੜਿਆ ਵੀ ਗਿਆ, 295 ਲੱਗ ਵੀ ਗਈ, ਇਹਦੀ ਬਾਅਦ ਵਿੱਚ ਜ਼ਮਾਨਤ ਹੋ ਜਾਣੀ ਹੈ, ਬਾਹਰ ਆ ਕੇ ਸਾਨੂੰ ਮੂੰਹ ਚੜਾਇਆ ਕਰੇਗਾ ਕਿ ਕੀ ਕਰ ਲਿਆ ਮੇਰਾ, ਕੀ ਹੋ ਗਿਆ। ਇਸ ਕਰਕੇ ਕਿੰਨਾ ਚੰਗਾ ਹੋਵੇ ਉਹਨੇ ਕਾਨੂੰਨ ਹੱਥਾਂ ਵਿੱਚ ਲਿਆ। ਵੀ ਕਾਨੂੰਨ ਹੱਥਾਂ ਦੀ ਗੱਲ ਕੀਤੀ ਹੈ, ਵੀ ਕਾਨੂੰਨ ਦੇ ਰਖਵਾਲੇ ਵਕੀਲ। ਪਿਛਲੇ ਦਿਨਾਂ ਵਿੱਚ ਆਪਾਂ ਜਿਹੜਾ ਕੋਤਵਾਲੀ ਵਾਲੇ ਬੇਅਦਬੀ ਕਾਂਡ ਦੇ ਦੋਸ਼ੀ ਨੂੰ ਵੀ ਮਤਲਬ ਇੱਕ ਵਕੀਲ ਨੇ ਜਿਹੜਾ ਕਲਮ ਦੇ ਨਾਲ ਲੋਕਾਂ ਨੂੰ ਇਨਸਾਫ ਦਿਵਾਉਂਦਾ ਸੀ, ਉਹਨੇ ਕਲਮ ਛੱਡ ਕੇ ਉਹਨੇ ਰਿਵਾਲਵਰ ਫੜਿਆ ਲਾਇਸੈਂਸੀ। ਭਾਜੀ ਉਹਨੂੰ ਲੱਗਿਆ ਜੀ, ਉਹਨਾਂ ਨੂੰ ਵੀ ਲੱਗਿਆ, ਇਧਰ ਵੀ ਲੱਗਿਆ ਵੀ ਭਾਈ ਇਹ ਬਹੁਤ ਲੰਬਾ ਪੈ ਜਾਣਾ, ਬਣਨਾ ਕੁਛ ਨਹੀਂਗਾ। ਬਾਅਦ ਵਿੱਚ ਫਿਰ ਇਹਨਾਂ ਲੋਕਾਂ ਨੇ ਬਾਹਰ ਆਉਣਾ ਤੇ ਕਿਉਂ ਨਾ ਇਹ ਇੱਥੇ ਹੀ ਹੋ ਜਾਵੇ, ਹਨਾ। ਚਲੋ ਉਹ ਸਹੀ ਹੈ ਜਾਂ ਗਲਤ ਹੈ, ਆਪਾਂ ਉਹਨੂੰ, ਮੈਂ ਨਾ ਸਹੀ ਕਹਿ ਰਿਹਾ ਨਾ ਗਲਤ ਕਹਿ ਰਿਹਾ, ਮੈਂ ਤੇ ਕਹਿੰਦਾ ਪਰ ਇਹ ਦੇਖਣਾ ਬਣਦਾ ਹੈ, ਕਾਉਂਸਲਿੰਗ ਹੋਣੀ ਚਾਹੀਦੀ ਹੈ ਵੀ ਇਹਨੇ ਗੋਲੀ ਮਾਰੀ ਹੈ ਤੇ ਕਿਉਂ ਮਾਰੀ ਹੈ। ਜੇ ਇਸ ਤੋਂ ਪਹਿਲਾਂ ਕਾਨੂੰਨ ਨੇ ਕੋਈ ਸਖਤ ਤੋਂ ਸਖਤ ਸਜ਼ਾ ਦਿੱਤੀ ਹੁੰਦੀ, ਕੋਈ ਮਿਸਾਲੀ ਸਜ਼ਾ ਦਿੱਤੀ ਹੁੰਦੀ, ਕੋਈ ਐਗਜ਼ਾਮਪਲ ਸੈੱਟ ਕੀਤੀ ਹੁੰਦੀ, ਉਹਨੂੰ ਪਤਾ ਹੋਣਾ ਸੀ। ਉਹਨੇ ਕਹਿਣਾ ਪੁਲਿਸ ਨੂੰ ਫੜਾਓ ਭਾਈ, ਅੱਗੇ ਹੋਈ ਸੀ ਨਾ ਉਹਦੇ ਨਾਲ, ਹੁਣ ਵੀ ਇੰਜ ਹੋਊਗਾ, ਹਨਾ। ਜਦੋਂ ਉਹਨੂੰ ਦਿਸ ਗਿਆ ਵੀ ਐਸਾ ਕੁਝ ਨਹੀਂ ਹੋਣਾ, ਇਸ ਕਰਕੇ ਉਹਨੇ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ, ਨਾਲੇ ਮੈਂ ਦੱਸ ਦਿਆਂ ਬਾਈ ਜੀ, ਉਹਦਾ ਕੋਈ ਵੀ ਐਸਾ ਰਿਕਾਰਡ ਕ੍ਰਿਮੀਨਲ ਨਹੀਂ ਹੈ ਉਸ ਬੰਦੇ ਦਾ ਜੀ। ਨੰਬਰ 2 ਦੇ ਉੱਪਰ ਗੁਰੂ ਘਰ ਦੇ ਵਿੱਚ ਆਉਣ ਜਾਣ ਵਾਲਾ ਆ, ਸੇਵਾ ਵੀ ਕਰਦਾ ਆ। ਨੰਬਰ 3 ਦੇ ਉੱਪਰ ਇੱਕ ਗੱਲ ਹੋਰ ਚੱਲਦੀ ਹੈ ਵੀ ਜਦੋਂ ਉਹਨੇ ਗੋਲੀ ਚਲਾਈ, ਬੀਬੀ ਦੇ ਵੀ ਚਲਾਈ, ਇੱਕ ਮੁੰਡੇ ਦੇ ਵੀ ਗੋਲੀ ਵੱਜੀ ਹੈ ਉਥੇ ਰਜਿੰਦਰਾ ਹਸਪੀਟਲ ਦੇ ਵਿੱਚ। ਜਦੋਂ ਤੁਸੀਂ ਇੱਕਦਮ ਤੈਸ਼ ਦੇ ਵਿੱਚ ਆ ਕੇ ਗੋਲੀਆਂ ਚਲਾਉਂਦੇ ਹੋ ਨਾ, ਤੇ ਕਈ ਵਾਰੀ ਹੋ ਜਾਂਦਾ ਨਾਲ ਦੇ ਨੂੰ ਵੀ ਕੋਈ ਸ਼ਰਲਾ ਲੱਗ ਜਾਂਦਾ, ਨਾਲ ਦੇ ਨੂੰ ਕਈ ਵਾਰੀ ਗੋਲੀ ਲੱਗ ਜਾਂਦੀ ਹੈ। ਉਹਦੀ ਮਨਸ਼ਾ ਕਿਸੇ ਹੋਰ ਨੂੰ ਮਾਰਨ ਦੀ ਨਹੀਂ ਸੀ, ਉਹਦੀ ਮਨਸ਼ਾ ਸਿਰਫ ਉਸ ਬੀਬੀ ਨੂੰ ਮਾਰਨ ਦੀ ਸੀ। ਉਹਨੇ ਇਹ ਕਾਰਜ ਕੀਤਾ। ਹੁਣ ਸਵਾਲ ਇੱਥੇ ਚੌਥਾ ਆ ਗਿਆ, ਕੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਿਆਨ ਦੇਵੇਗੀ, ਸਿਰਫ ਇੱਕ ਬਿਆਨ, ਕਿ ਇਹ ਜੀ ਉਹਦਾ ਰੋਸ ਸੀ, ਇਹਨੂੰ ਕਤਲ ਨਾ ਕੀਤਾ ਜਾਵੇ। ਮੈਂ ਐਗਰੀ ਕਰ ਜਾਣਾ, ਉਹਦਾ ਰੋਸ ਸੀ, ਇਹਨੂੰ ਕਤਲ ਨਾ ਕੀਤਾ ਜਾਵੇ। ਤੇ ਫਿਰ ਇਹਦੀ ਇਹ ਵੀ ਹੋਣਾ ਚਾਹੀਦਾ ਵੀ ਮੰਗ ਇਹ ਵੀ ਉੱਠੇ ਸਾਡੀਆਂ ਵੱਡੀਆਂ ਸੰਸਥਾਵਾਂ ਵੱਲੋਂ ਵੀ ਭਾਈ ਸਿੱਖ ਦੀਆਂ ਭਾਵਨਾਵਾਂ ਭੜਕੀਆਂ ਜੀ, ਇਸ ਕਰਕੇ ਇਹਨੇ ਤੈਸ਼ ਦੇ ਵਿੱਚ ਆ ਕੇ ਗੋਲੀ ਚਲਾਈ ਹੈ, ਇਹਨੂੰ ਬਾਇਜ਼ਤ ਬਰੀ ਕੀਤਾ ਜਾਵੇ। ਉਹਦੀ ਇਹ ਬਾਇਜ਼ਤ ਬਰੀ ਦੀ ਮੰਗ ਕੀਤੀ ਜਾ ਸਕਦੀ ਹੈ। ਨੰਬਰ 2 ਜੀ,
ਸ਼੍ਰੋਮਣੀ ਕਮੇਟੀ ਉਹਦਾ ਕੇਸ ਵੀ ਲੜ ਸਕਦੀ ਹੈ ਜੀ ਬਿਲਕੁਲ। ਹੁਣ ਤੁਹਾਡੇ ਮਨ ਦੇ ਵਿੱਚ ਆਏਗਾ ਵੀ ਪਹਿਲਾਂ ਵੀ ਇਹਨਾਂ ਨੇ ਕੇਸ ਲੜਿਆ ਹਰੀਕੇ ਵਾਲਿਆਂ ਦਾ ਹਨਾ, ਉਦੋਂ ਵੀ ਬੜੇ ਵੱਡੇ ਵੱਡੇ ਬਿਆਨ ਦਿੱਤੇ ਆ। ਚਲੋ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆ ਜੀ, ਉਦੋਂ ਵੀ ਇਹਨਾਂ ਨੇ ਬਿਆਨ ਦਿੱਤੇ ਵੀ ਜਿਹੜੇ ਮੁੰਡੇ ਫੜੇ ਗਏ ਜੀ ਇਹਨਾਂ ਦੇ ਸਾਡਾ ਵਕੀਲਾਂ ਦਾ ਪੈਨਲ ਮਿਹਨਤ ਅਜੇ ਤੱਕ ਪੈਨਲ ਮਿਲਿਆ ਨਹੀਂ। ਬਿਲਕੁਲ ਜੀ ਬਿਲਕੁਲ। ਨੰਬਰ 2 ਦੇ ਉੱਪਰ ਇਹਨਾਂ ਨੇ ਕਿਹਾ ਗੱਡੀਆਂ ਠੀਕ ਕਰਾਉਣੀਆਂ, ਠੀਕ ਹੈ ਜੀ, ਆਪੇ ਠੀਕ ਕਰਵਾਉਂਦੇ ਫਿਰਦੇ, ਜ਼ਮਾਨਤਾਂ ਆਪੇ ਭਰੀਆਂ, ਸਾਰਾ ਕੁਝ। ਜਿੱਥੇ ਇਹੋ ਜਿਹੇ ਬਿਆਨ ਦੇਣੇ ਨੇ ਤੇ ਫਿਰ ਵੱਡੀ ਸੰਸਥਾ ਦਾ ਜਿਹੜਾ ਪ੍ਰਭਾਵ ਹੈ ਲੋਕਾਂ ਦੇ ਵਿੱਚ ਖਤਮ ਹੁੰਦਾ ਹੈ। ਬਿਲਕੁਲ ਇਹ ਸੰਸਥਾ ਨਾਲ ਜੁੜਿਆ ਮੈਟਰ ਸੀ। ਇਹ ਜਿਹੜਾ ਗੁਰੂ ਘਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਵਿੱਚ ਆਉਂਦਾ ਹੈ, ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪੈਰਵਾਈ ਕਰੇ ਤਾਂ ਕਿ ਅੱਗੇ ਤੋਂ ਕੋਈ ਇਸ ਤਰੀਕੇ ਦੀ ਘਟਨਾ ਨਾ ਕਰੇ। ਤੇ ਥੋੜਾ ਜਿਹਾ ਸਾਨੂੰ ਹੋਰ ਸਿਆਣੇ ਤੇ ਸੁਚੇਤ ਹੋਣਾ ਚਾਹੀਦਾ ਜੀ। ਸੋ ਧੰਨਵਾਦ ਵੀਰ ਜੀ ਦਾ, ਥੋੜੇ ਸਮੇਂ ਦੇ ਵਿੱਚ ਇਹਨਾਂ ਨੇ ਜਿਹੜਾ ਨਿਚੋੜ ਕੱਢ ਕੇ ਰੱਖਿਆ ਵੀ ਉਹ ਘਟਨਾ ਦਾ, ਕਿਉਂਕਿ ਇਹਨਾਂ ਨੇ ਬੜੀ ਡੀਪਲੀ ਇਸ ਚੀਜ਼ ਦੀ ਸਟੱਡੀ ਕੀਤੀ ਸੀ। ਮੈਨੇਜਰ ਦੇ ਨਾਲ ਗੱਲ ਹੋਈ, ਗ੍ਰੰਥੀ ਸਾਹਿਬ ਨਾਲ ਗੱਲ ਹੋਈ, SSP ਸਾਹਿਬ ਦੀ ਸਟੇਟਮੈਂਟ ਦੀ ਵੀ ਇਹਨਾਂ ਨੇ ਗੱਲ ਕੀਤੀ, ਔਰ ਇਹਨਾਂ ਨੇ ਕਿਹਾ ਵੀ ਉਹਦੀਆਂ ਭਾਵਨਾ ਸਨ ਇੱਕ ਸਿੱਖ ਨੇ ਇਹ ਕਦਮ ਉਠਾਉਣ ਲਈ ਮਜਬੂਰ ਹੋਇਆ ਵੀ ਉਹਦੀਆਂ ਭਾਵਨਾ ਵੇਖਣੀਆਂ ਪੈਣਗੀਆਂ ਵੀ ਉਹਨੇ ਲਾਇਸੈਂਸੀ ਹਥਿਆਰ ਕੱਢਿਆ ਕਿਉਂ। ਸੋ ਇਹਦੇ 'ਤੇ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। SGPC ਜਿਹੜੀ ਹੈ ਉਹ ਵੀ ਮਤਲਬ ਸਰਕਾਰ ਤੇ ਇਸ ਚੀਜ਼ ਦਾ ਪ੍ਰੈਸ਼ਰ ਪਾਵੇ ਵੀ ਉਹਨੂੰ ਬਾਜ਼ਤ ਬਰੀ ਕੀਤਾ ਜਾਏ ਤੇ ਇਹੋ ਜਿਹੇ ਕੋਈ ਕਾਨੂੰਨ ਬਣਾਏ ਜਾਣ ਤਾਂ ਜੋ ਅੱਗੇ ਤੋਂ ਇਹੋ ਜਿਹੀਆਂ ਬੇਅਦਬੀਆਂ ਨੂੰ ਠੱਲ ਪਾਈ ਜਾ ਸਕੇ। ਨਵੇਂ ਮੁੱਦੇ ਤੇ ਨਵੀਂ ਸ਼ਖਸੀਅਤ ਨਾਲ ਬਹੁਤ ਜਲਦੀ ਆਪਦੇ ਰੂਬਰੂ ਹੋਣੇ ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।